ਮੋਗਾ ਦੇ ਵਿੱਚ ਲਗਭਗ 2500 ਕਰੋੜ ਰੁਪਏ ਦੀ ਸਰਕਾਰੀ ਪ੍ਰਾਪਰਟੀ ਇਸ ਭੂ ਮਾਫੀਆ ਨੇ ਕੌਡੀਆਂ ਦੇ ਭਾਅ ਵੇਚੀ ਹੈ। ਕਰੀਮ ਏਰੀਆ ਹੈਗਾ ਜਿਹਨੂੰ ਕਹਿੰਦੇ ਨੇ ਆਪਾਂ, ਉਹ ਹੈਗਾ ਇਹਦੇ 'ਚ ਘੱਟੋ ਘੱਟ ਨੇ 100 ਏਕੜ ਦੇ ਕਰੀਬ ਪ੍ਰਾਪਰਟੀ ਇਹਦੇ ਨੇੜੇ ਹੈਗੀ ਹੈ। ਅੰਦਾਜ਼ਾ ਇਹਦੀ ਰੈਵਨਿਊ ਅੱਜ ਦੇ ਰਿਕਾਰਡ ਦੇ ਨਾਲ ਕਲੈਕਟਰ ਰੇਟ ਦੇ ਮੁਤਾਬਕ ਵੀ ਗਿਣੀ ਦੇਖਿਆ ਜਾਵੇ ਕਰੇ ਹੈਗਾ 2500 ਤੋਂ 3000 ਕਰੋੜ ਰੁਪਏ ਦੀ ਪ੍ਰਾਪਰਟੀ ਹੋਗੀ ਸਰਕਾਰੀ ਰੇਟ ਦੇ ਮੁਤਾਬਕ ਵੀ ਹੈਗੀ। ਇਸ ਦੇ ਤੇ ਮੈਨੂੰ ਜ਼ਿਆਦਾ ਮੇਨ ਸਭ ਤੋਂ ਮਾਫੀਆ ਆਗੇ ਨਾਲ ਰੈਵਨਿਊ ਰਿਕਾਰਡ ਦਾ ਜਿਹੜਾ ਜਿੰਨੇ ਵੀ ਹੈਗੇ ਅਧਿਕਾਰੀ ਸਾਰੇ ਇਹਨਾਂ ਵਿੱਚ ਇਨਵੋਲਵ ਹੈ। A to Z ਜਿੰਨੇ ਹੈਗੇ ਆ ਸਣੇ DC ਤੋਂ ਲੈ ਕੇ ਪਟਵਾਰੀ ਤੱਕ ਥੱਲੇ ਨੀਚੇ ਸਾਰੇ ਅਫਸਰ ਜਿਹੜੇ ਹੈਗੇ ਟਾਈਮ ਪਾਸ ਕਰਦੇ ਆ ਤੇ ਨਾਲ ਭੂ ਮਾਫੀਆ ਦੇ ਨਾਲ ਮਿਲੀ ਭਗਤ ਇਹਨਾਂ ਦੀ ਸਾਰੀ ਮਾਲਕੀ ਅੱਜ ਵੀ ਮੁਨਸਿਪਲ ਕਮੇਟੀ ਦੇ ਨਾਂ ਬੋਲਦੀ ਪਈ ਹੈ ਵੀ ਉਸ ਨੂੰ ਉਹ ਦਰੁਸਤੀ ਕਰਨ ਦੀ ਬਜਾਏ ਹੈਗਾ ਵੀ ਕਮੇਟੀ ਦੇ ਸਹੀ ਕਰ ਕਰਾ ਕੇ ਢੰਗ ਨਾਲ ਕੰਮ ਕਰਾਉਂਦੀ ਹੈ। ਭੂ ਮਾਫੀਆ ਨਾਲ ਰਲ ਕੇ ਮੋਟਾ ਕਪਲਾ ਕਰਦੇ ਪਏ ਹੈਗੇ। ਇੱਥੋਂ ਤੱਕ ਇਹਨੂੰ ਹੈਗਾ ਮਤਲਬ ਕਿ ਲਮਕਾਉਣ ਦੀ ਖਾਤਰ ਇੱਕ ਕਮੇਟੀ ਬਣਾ ਦਿੱਤੀ ਗਈ ਜਿਹਦੇ 'ਚ ਮਤਲਬ ਕਿ ਮੈਂਬਰ ਬਣਾ ਦਿੱਤੇ, ਚੇਅਰਮੈਨ ਬਣਾਤਾ ਆਪਣਾ DRO ਤੇ ਆਪਣਾ ਮੈਂਬਰ ਬਣਾਤਾ ਤਹਿਸੀਲਦਾਰ ਦੇ ਨਾਲ ਇੱਕ ਕਾਰਪੋਰੇਸ਼ਨ ਦਾ ਮਤਲਬ ਕਿ ਆਪਣਾ MTP। ਮਰਲੇ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਹੈਗਾ ਵੀ ਜਿਹੜੀ ਰੈਜ਼ੀਡੈਂਸ਼ੀਅਲ ਏਰੀਆ ਜਿਹਦੇ 'ਚ ਹੈਗਾ ਜਿਵੇਂ ਨਿਊ ਟਾਊਨ ਹੈਗਾ ਇੱਥੇ ਕਮ ਸੇ ਕਮ ਵੀ 10 ਤੋਂ 15 ਲੱਖ ਰੁਪਏ ਦੇ ਅਲੱਗ-ਅਲੱਗ ਰੇਟ ਹੈਗੇ ਆ। ਜੇ ਮੰਡੀ ਆ ਗਈ, ਜੇ ਕਮਰਸ਼ੀਅਲ ਆ ਗਿਆ ਹੈਗਾ ਇੱਥੇ ਤਾਂ 2-2 2.5 ਕਰੋੜ ਰੁਪਏ 'ਚ ਇੱਕ ਦੁਕਾਨ ਵਿਕਦੀ ਹੈਗੀ। ਇਹ ਅੰਗਰੇਜ਼ਾਂ ਨੇ ਸ਼ਾਮਲਟ ਪ੍ਰਾਪਰਟੀ ਨੂੰ ਉਦੋਂ ਆਪਦੇ ਸ਼ਹਿਰ ਨੂੰ ਵਸਾਉਣ ਲਈ ਹੈਗਾ ਇੱਕ ਮਤਲਬ ਕਿ ਸ਼ਾਮਲਟ ਥੇ ਦੀ ਪ੍ਰਾਪਰਟੀ ਨੂੰ ਹੈਗਾ ਇਹ ਮਤਲਬ ਕਿ ਇਕੱਠਾ ਕੀਤਾ ਸੀਗਾ। ਉਹ 'ਤੇ ਇਹਨਾਂ ਨੇ ਲੋਕਾਂ ਨੂੰ ਉੱਥੇ ਬਿਠਾਇਆ ਕੀਤਾ ਪਰ ਕਿਸੇ ਨੂੰ ਕੋਈ ਅਲਾਟਮੈਂਟ ਨਹੀਂ ਕੀਤੀ ਗਈ, ਨਾ ਹੀ ਕਿਸੇ ਨੇ ਆਪਦੇ ਨਾਮ ਦੀ ਰਜਿਸਟਰੀ ਕਰਾਈ ਕੀਤੀ ਗਈ। ਇਹ ਰਜਿਸਟਰੀਆਂ ਇੱਕ ਦੂਜੇ ਨੂੰ ਮਤਲਬ ਕਿ ਲੈਂਡ ਮਾਫੀਆ ਦੇ ਨਾਲ ਆ ਕੇ ਇੱਕ ਦੂਜੇ ਨਾਲ ਸੱਟੇਬਾਜ਼ੀ 'ਚ ਹੋ ਰਹੀਆਂ ਹੈਗੀਆਂ ਸਾਰੀਆਂ। ਜਾਂ ਜਮ੍ਹਾਂਬੰਦੀ ਹੁੰਦੀ ਆ ਨਾ ਇਹਦਾ ਰਿਕਾਰਡ ਹੈ ਪਰ ਫਿਰ ਵੀ ਲਗਾਤਾਰ ਜਿਹੜੀ ਜ਼ਮੀਨ ਵੇਚੀ ਜਾ ਰਹੀ ਹੈਗੀ ਹੈ। ਕੋਈ ਇਹਨਾਂ ਦੇ ਜੋ ਓਨਰ ਜਿੰਨੇ ਦੇ ਵੀ ਕਾਗਜ਼ ਹੈਗੇ ਗੈਰ ਮਲੂਸੀ ਜਿਹਨਾਂ ਨੂੰ ਕਹਿ ਦਿੰਦੇ ਹੈਗੇ ਇਹਨਾਂ ਦੀ ਭਾਸ਼ਾ 'ਚ, ਇਹ ਇਹਨਾਂ ਦੇ ਨਾਂ 'ਤੇ ਕਿਸੇ ਦੇ ਨਾਂ 'ਤੇ ਪ੍ਰਾਪਰਟੀ ਇੰਤਕਾਲ ਦੇ ਵਿੱਚ ਦਰਜ ਨਹੀਂ ਹੈਗੀ। ਮੈਂ 2013-14 ਦਾ ਇਹਨਾਂ ਦੇ ਮਗਰ ਲੱਗਿਆ ਹੋਇਆ ਹੈਗਾ, ਮੈਨੂੰ 7 ਸਾਲ ਹੋ ਗਏ ਇਸ ਗੱਲ ਦੇ ਜਗ੍ਹਾ। ਇਹਦੇ ਲਗਾਤਾਰ ਇਹਦੀ ਸ਼ਿਕਾਇਤਾਂ ਵੀ ਪਾ ਰਹੇ ਹਾਂ, ਕੰਪਲੇਂਟਾਂ ਵੀ ਪਾ ਰਹੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਇਹਦੇ 'ਚ ਹੈਗੀ। ਪਟਵਾਰੀਆਂ ਨੇ ਪ੍ਰਾਈਵੇਟ ਬੰਦੇ ਆਪਦੇ ਬਿਠਾ ਰੱਖੇ ਹੈਗੇ ਆ, 2-2 3-3 ਬੰਦੇ ਹਰੇਕ ਪਟਵਾਰੀ ਨੇ ਬਿਠਾ ਰੱਖੇ ਆ ਜਿਹੜੇ ਕਿ ਉਹ ਭੂ ਮਾਫੀਆ ਨਾਲ ਸੌਦੇਬਾਜ਼ੀ ਕਰਦੇ ਆ। 11-12 ਦੇ ਦੌਰਾਨ ਸਾਲ ਦੇ ਵਿੱਚ ਹੈਗਾ 55 ਪਟਵਾਰ ਸਰਕਲ ਜਿਹੜੇ ਆਨਲਾਈਨ ਹੋ ਗਏ। 5 ਪਟਵਾਰ ਸਰਕਲ ਅੱਜ ਦੀ ਤਰੀਕ ਤੇ 9 ਸਾਲਾਂ ਦੇ ਵਿੱਚ ਆਨਲਾਈਨ ਕਿਉਂ ਨਹੀਂ ਹੋ ਰਹੇ ਹੈਗੇ ਕਿਉਂ ਇਹਦੇ ਵਿੱਚੋਂ ਇਹ ਮਾਲ ਬਣਦਾ ਹੈ। ਪੋਲੀਟੀਕਲ ਲੀਡਰ ਜਿਹੜੇ ਆ ਸਭ ਆਪਦੀ ਵੋਟ ਬੈਂਕ ਨੂੰ ਵੇਖਦੇ ਆ, ਆਪਦੀ ਰਾਜਨੀਤੀ ਰੋਟੀਆਂ ਸੇਕਦੇ ਆ, ਮੌਕੇ ਮੁਤਾਬਕ ਉਹ ਸਾਰੀ ਰਾਜਨੀਤੀ ਕਰਦੇ ਹੈਗੇ ਆ। ਉਹ ਪਬਲਿਕ ਦਾ ਇਹ ਫੇਵਰ 'ਚ ਕੁਛ ਨਹੀਂ ਹੈਗਾ ਉਹਨਾਂ ਨੂੰ ਸਿਰਫ ਵੋਟਾਂ ਦਿਖਦੀਆਂ ਆਪਦੀਆਂ ਵੀ ਬਸ ਵੋਟ ਨਾ ਟੁੱਟੇ ਕਿਤੇ ਹੈਗਾ। ਕੋਈ ਵੀ ਪਾਰਟੀ ਲੈ ਲਓ ਪੋਲੀਟੀਕਲ ਦੀ, ਚਾਹੇ ਅਕਾਲੀ ਲੈ ਲਓ ਚਾਹੇ ਕਾਂਗਰਸ ਲੈ ਲਓ, ਚਾਹੇ ਇਹੀ ਰਹੀਆਂ ਸਾਡੇ ਤਕਰੀਬਨ 2 ਆਮ ਪੰਜਾਬ ਦੇ ਵਿੱਚ ਆਉਣ ਵਾਲੇ ਪਿਛਲੇ ਸਮਿਆਂ ਦੇ ਵਿੱਚ ਸਾਰੀਆਂ ਇਹ ਭੂ ਮਾਫੀਏ ਦੇ ਨਾਲ ਮਿਲੀ ਭਗਤਾਂ ਵਾਲੀ ਕੰਮ ਹੁੰਦਾ ਹੈਗਾ ਸਾਰਾ। ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੇ ਭੂ ਮਾਫੀਆ ਨੂੰ ਫਿਰ ਕੌਣ ਨੱਥ ਪਾ ਸਕਦਾ? ਜਿਨ੍ਹਾਂ ਅਫਸਰਾਂ ਤੋਂ ਉਮੀਦ ਆ ਉਹ ਸਾਰੇ ਅਫਸਰ ਤੁਸੀਂ ਕਿਹਾ ਵਿੱਚ ਆਏ ਦੇ ਇਹ ਕੋਰਟ ਦੇ ਆਰਡਰਾਂ ਨੂੰ ਵੀ ਕੁਝ ਨਹੀਂ ਸਮਝਦੇ ਹੈਗੇ ਅਫਸਰ, ਇਹ ਸਿਰਫ ਇੱਕ ਟਾਈਮ ਪਾਸ ਕਰਦੇ ਆਪਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ TV ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਮਾਫੀਆ ਦਾ ਰਾਜ ਚੱਲ ਰਿਹਾ। ਇਹ ਮਾਫੀਆ ਸ਼ਬਦ 2007 ਤੋਂ ਬਾਅਦ ਪੰਜਾਬ ਦੇ ਵਿੱਚ ਆਇਆ। ਇਹਦੇ ਵਿੱਚ ਫਿਰ ਵੱਖੋ ਵੱਖਰੇ ਮਾਫੀਆ ਸਾਹਮਣੇ ਆਏ, ਚਾਹੇ ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਭੂ ਮਾਫੀਆ, ਚਾਹੇ ਰੇਤਾ ਮਾਫੀਆ, ਕਈ ਹੋਰ ਮਾਫੀਆ ਵੀ ਆਏ ਜੋ ਸਾਹਮਣੇ ਆਏ। ਇਹਨਾਂ ਵਿੱਚੋਂ ਇੱਕ ਭੂ ਮਾਫੀਆ ਹੈ ਜੋ ਵੱਡੇ ਪੱਧਰ 'ਤੇ ਕੰਮ ਕਰ ਰਿਹਾ ਪਰ ਕਈ ਵਾਰ ਉਹ ਨਿਗਾਹ ਵਿੱਚ ਆਉਣ ਤੋਂ ਬਚ ਜਾਂਦਾ। ਜਿਵੇਂ ਅਸੀਂ ਰੇਤਾ ਮਾਫੀਆ, ਟਰਾਂਸਪੋਰਟ ਮਾਫੀਆ ਨੂੰ ਤਾਂ ਆਮ ਹੀ ਦੇਖਦੇ ਹਾਂ ਪਰ ਭੂ ਮਾਫੀਆ ਕਿਤੇ ਨਾ ਕਿਤੇ ਇਸ ਚੀਜ਼ ਤੋਂ ਪਿੱਛੇ ਰਹਿ ਜਾਂਦਾ। ਪਰ ਇਹ ਮਾਫੀਆ ਵੀ ਕੋਈ ਬਾਕੀ ਮਾਫੀਆ ਦੇ ਮੁਕਾਬਲੇ ਛੋਟਾ ਨਹੀਂ ਹੈ, ਜਿਸ ਦੀ ਇੱਕ ਉਦਾਹਰਨ ਹੈ ਕਿ ਮੋਗਾ ਦੇ ਵਿੱਚ ਲਗਭਗ 2500 ਕਰੋੜ ਰੁਪਏ ਦੀ ਸਰਕਾਰੀ ਪ੍ਰਾਪਰਟੀ ਇਸ ਭੂ ਮਾਫੀਆ ਨੇ ਕੌਡੀਆਂ ਦੇ ਭਾਅ ਵੇਚੀ ਹੈ। ਕਿਹੜੇ ਅਫਸਰ ਇਹ ਭੂ ਮਾਫੀਆ ਦੇ ਵਿੱਚ ਸ਼ਾਮਲ ਹੈ, ਇਹ ਸਭ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ RTI ਐਕਟੀਵਿਸਟ ਸੁਰੇਸ਼ ਸੂਦ ਜੀ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੂਦ ਸਾਹਿਬ, ਸਵਾਗਤ ਹੈ ਤੁਹਾਡਾ ਲੋਕਵਾਈ TV ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੂਦ ਸਾਹਿਬ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੋਗਾ ਦੇ ਵਿੱਚ ਭੂ ਮਾਫੀਆ ਸਰਗਰਮ ਹੈ ਤੇ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਉਹ ਘਟਾਲਾ ਹੋ ਰਿਹਾ, ਕਪਲਾ ਹੋ ਰਿਹਾ?
ਇਹ ਤੇ ਹੁਣ ਆਰਟੀਆਈ ਦੇ ਰਾਹੀਂ ਮੈਨੂੰ ਸਾਰਾ ਕੁਝ ਪਤਾ ਲੱਗਿਆ, ਸੂਚਨਾ ਲੈ ਕੇ ਇਹਦੇ 'ਚ ਸਾਰਾ ਰਿਕਾਰਡ ਇਕੱਠਾ ਕੀਤਾ ਮੈਂ। ਰਿਕਾਰਡ ਤੋਂ ਬਾਅਦ ਫਿਰ ਸਾਰਾ ਇਹਨੂੰ ਵਾਚਿਆ ਕੀਤਾ ਗਿਆ, ਜਮ੍ਹਾਂਬੰਦੀਆਂ ਕਢਾਈਆਂ ਗਈਆਂ, ਫਰਦਾਂ ਕਢਾਇਆ ਗਿਆ, ਇੱਥੋਂ ਤੱਕ ਕਰਕੇ ਇਹਦੀ ਹੈਗੀ ਆ ਮੁਰੱਬਾਬੰਦੀ ਤੋਂ ਪਹਿਲਾਂ ਦੇ ਜਿਹੜੀ ਹੈਗੀ ਮੁਸਾਫੀ ਤੱਕ ਲੱਤੀ ਗਈ ਇਹਦੀ ਹੈਗੀ, ਇਹ ਸਾਰਾ ਹੈਗਾ। ਉਹ 'ਚੋਂ ਫਿਰ ਪਤਾ ਲੱਗਿਆ ਸਾਰੀ ਇਹ ਪ੍ਰਾਪਰਟੀ ਜਿਹੜੀ ਸੀ ਪਹਿਲਾਂ 1902 ਤੋਂ ਲੈ ਕੇ ਮੁਰੱਬਾਬੰਦੀ ਤੱਕ ਇਹ ਆਪਣਾ ਸੀਗੀ ਦੂਜੀ ਆਪਣਾ ਸ਼ਾਮਲੜ ਤੇ ਬੋਲਦੀ ਪਈ ਸੀਗੀ। ਉਸ ਤੋਂ ਬਾਅਦ ਮੁਰੱਬਾਬੰਦੀ ਤੋਂ ਬਾਅਦ ਇਹ ਪ੍ਰਾਪਰਟੀ ਜਿਹੜੀ ਹੈ ਮਿਊਨਿਸਪਲ ਕਮੇਟੀ ਦੇ ਨਾਂ ਚਲੀ ਗਈ। ਇਹਦੇ ਤੇ ਮਤਲਬ ਕਿ ਆਮ ਸਾਰੇ ਤੇ ਪਬਲਿਕ ਨੇ ਬਹੁਤ ਜ਼ਿਆਦਾ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸਭ ਦੇ, ਤੇ ਅਫਸਰ ਹੀ ਇਹਨਾਂ ਤੇ ਕਬਜ਼ੇ ਕਰਾ ਰਿਹਾ, ਤੇ ਰਜਿਸਟਰੀਆਂ ਵੀ ਇਹਦੀਆਂ ਬੈਨਾਮੇ ਵੀ ਇੱਕ ਦੂਜੇ ਦੇ ਹੋ ਰਹੀਆਂ ਹੈਗੀਆਂ, ਰਜਿਸਟਰ ਕਰਦੇ ਆ। ਉਹ ਵੀ ਇਹਨਾਂ ਰੈਵਨਿਊ ਰਿਕਾਰਡ ਦੇ ਵਿੱਚ ਰਿਕਾਰਡ ਹੋਣ ਦੇ ਬਾਵਜੂਦ ਵੀ ਲਾਲ ਡੋਰੇ 'ਚ ਦਿਖਾਇਆ ਜਾ ਰਿਹਾ ਹੈਗਾ ਇਸ ਏਰੀਏ ਨੂੰ। ਉਹਦੇ ਨਾਲ ਰੈਵਨਿਊ ਮਤਲਬ ਕਿ ਰਜਿਸਟਰੀਆਂ ਬੈਨਾਮੇ ਰਜਿਸਟਰ ਕੀਤੇ ਜਾਂਦੇ, ਕਿਸੇ ਦਾ ਕੋਈ ਇੰਤਕਾਲ ਨਹੀਂ ਹੁੰਦਾ ਪਿਆ, ਕੁਛ ਨਹੀਂ ਹੈ। ਇਹ ਸਾਰਾ ਕੁਝ ਮਿਲੀ ਭਗਤ ਨਾਲ ਕੰਮ ਚੱਲਦਾ ਪਿਆ ਹੈਗਾ, ਕੰਮ ਚੱਲਦਾ ਪਿਆ। ਇੱਥੋਂ ਤੱਕ ਕੀ ਹੈਗਾ ਵੀ ਮੋਗਾ ਸ਼ਹਿਰ ਦੇ ਵਿੱਚ ਤਹਿਸੀਲ ਦੇ ਵਿੱਚ 60 ਪਟਵਾਰ ਸਰਕਲ ਹੈਗੇ ਆ, ਜਿਸ 'ਚ 55 ਪਟਵਾਰ ਸਰਕਲ 2011-12 ਦੇ ਦੌਰਾਨ ਆਨਲਾਈਨ ਕਰ ਦਿੱਤੇ ਗਏ ਹੈਗੇ। ਇਹ 5 ਪਟਵਾਰ ਸਰਕਲ ਮੋਗਾ ਮਹਿਲਾ ਸਿੰਘ ਦੇ 3, ਮੋਗਾ ਜੀਤ ਸਿੰਘ ਦੇ 2 ਹੈਗੇ ਪਟਵਾਰ ਸਰਕਲ, ਇਹ ਅੱਜ ਤੱਕ ਅੱਜ ਦੀ ਮੌਜੂਦਾ ਮਿਤੀ ਤੱਕ ਵੀ ਆਨਲਾਈਨ ਨਹੀਂ ਕੀਤੇ। ਇਹਨਾਂ ਦੇ ਵਿੱਚ ਹੀ ਇਹ ਸ਼ਾਮਲੜ ਪ੍ਰਾਪਰਟੀ ਸਾਰੀ ਆਉਂਦੀ ਹੈ, ਇਹਦੇ 'ਚ ਹੀ ਮਿਲੀ ਭਗਤ ਸਾਰੀ ਚੱਲਦੀ ਵੀ ਹੈ। ਇਹ 2004 ਦੇ ਵਿੱਚ ਡੀਸੀ ਨੇ ਉਸ ਮੌਜੂਦਾ ਉਸ ਟਾਈਮ ਦੇ ਇਹਦੇ ਤੇ ਬੈਨ ਲਾ ਦਿੱਤਾ ਸੀ, ਇਸ ਏਰੀਏ ਰਕਬੇ ਦੀ ਰਜਿਸਟਰੀ ਬੈਨਾਮਾ ਨਾ ਕੀਤਾ ਜਾਵੇ, ਬਾਇਆ ਤਾਜ਼ਾ ਮਾਲਕੀ ਸਬੂਤ ਲੱਤਾ ਜਾਵੇ। ਬਾਇਆ ਤਾਜ਼ਾ ਮਾਲਕੀ ਸਬੂਤ ਜਿਹੜਾ ਕਮੇਟੀ ਦੇ ਨਾਂ ਬੋਲਦਾ ਸੀਗਾ, ਤੇ ਫਿਰ ਵੀ ਰਜਿਸਟਰੀਆਂ ਉਸ ਤੋਂ ਬਾਅਦ ਉਹਨਾਂ ਦੇ ਜਾਣ ਤੋਂ ਬਾਅਦ ਬਦਲੀ ਹੋਣ ਤੋਂ ਬਾਅਦ ਫਿਰ ਦੁਬਾਰਾ ਖੋਲ੍ਹ ਦਿੱਤੀਆਂ ਗਈਆਂ। ਅੱਜ ਮੌਜੂਦਾ ਦੇ ਵਿੱਚ ਜਿਹੜਾ ਡੀਸੀ ਸੰਦੀਪ ਹੰਸ ਬੈਠਾ, ਇਹਨਾਂ ਨੇ ਵੀ ਆਰਡਰ ਕੀਤੇ 2020 ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਹੈਗਾ, ਰਜਿਸਟਰੀਆਂ ਨੂੰ ਫਿਰ ਬੈਨ ਕੀਤਾ ਗਿਆ। ਆਪਦੇ ਹੀ ਆਰਡਰਾਂ ਨੂੰ ਪਲਟਦੇ ਹੋਏ ਇਹਨਾਂ ਨੇ ਜਨਵਰੀ ਦੇ ਵਿੱਚ ਫਿਰ ਬਲੱਡ ਰਿਲੇਸ਼ਨ ਦੇ ਵਿੱਚ ਫਿਰ ਪ੍ਰਾਪਰਟੀ ਰਜਿਸਟਰੀਆਂ ਖੋਲ੍ਹ ਦਿੱਤੀਆਂ ਗਈਆਂ। ਰਜਿਸਟਰੀਆਂ ਖੋਲ੍ਹਣ ਦੇ ਬਾਅਦ ਜਦ ਕਿ ਇਹਦਾ ਰੈਵਨਿਊ ਰਿਕਾਰਡ ਦੇ ਵਿੱਚ ਮਾਲਕੀ ਅੱਜ ਵੀ ਮਿਊਨਿਸਪਲ ਕਮੇਟੀ ਦੇ ਨਾਂ ਬੋਲਦੀ ਪਈ ਹੈ। ਠੀਕ ਹੈ ਵੀ ਉਸ ਨੂੰ ਉਹ ਦਰੁਸਤੀ ਕਰਨ ਦੀ ਬਜਾਏ ਹੈਗਾ ਵੀ ਕਮੇਟੀ ਦੇ ਸਹੀ ਕਰਾ ਕੇ ਢੰਗ ਨਾਲ ਕੰਮ ਕਰਾਉਂਦੀ ਹੈ। ਭੂ ਮਾਫੀਆ ਨਾਲ ਰਲ ਕੇ ਮੋਟਾ ਕਪਲਾ ਕਰਦੇ ਪਏ ਹੈਗੇ। ਤੁਸੀਂ ਇਸ ਸੰਬੰਧੀ ਸ਼ਿਕਾਇਤ ਕੀਤੀ? ਵੈਸੇ ਤੁਸੀਂ ਡੀਸੀ ਦੀ ਗੱਲ ਕਹੀ, ਅਸੀਂ ਆਮ ਕਹਿੰਦੇ ਹੁੰਦੇ ਕਿ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਕਰਾਂਗੇ, ਤੁਸੀਂ ਕਿਹਾ ਵੀ ਉਹ ਵੀ ਵਿੱਚ ਕਿਤੇ ਨਾ ਕਿਤੇ ਸ਼ਾਮਲ ਹੈ। ਫਿਰ ਉਦੋਂ ਉੱਚ ਅਧਿਕਾਰੀਆਂ ਕੋਲੇ ਸ਼ਿਕਾਇਤ ਕੀਤੀ ਕਿ ਐਡੇ ਵੱਡੇ ਪੱਧਰ ਤੇ ਕਪਲਾ ਹੋ ਰਿਹਾ? ਬਹੁਤ ਉੱਚ ਅਧਿਕਾਰੀਆਂ ਤੇ ਕਰਮਾਏ ਦੀ ਸ਼ਿਕਾਇਤਾਂ ਕੀਤੀਆਂ ਕਰਾਈਆਂ। ਕਮਿਸ਼ਨਰ ਮਤਲਬ ਕਿ ਫਿਰੋਜ਼ਪੁਰ ਮੰਡਲ ਨੇ ਵੀ ਇਹਦੇ ਤੋਂ ਟਿੱਪਣੀ ਮੰਗੀ ਗਈ, ਅਧਿਕਾਰੀਆਂ ਦੇ ਨਾਂ ਪੁੱਛੇ ਗਏ ਵੀ ਜਿਹੜੇ ਅਧਿਕਾਰੀ ਇਹਦੇ ਵਿੱਚ ਇਨਵੋਲਵ ਹੈ ਉਹਨਾਂ ਦੇ ਸਾਨੂੰ ਪੋਸਟਾਂ ਦੇ ਨਾਂ ਦੱਸੇ ਜਾਣ, ਉਹ ਵੀ ਨਹੀਂ ਟਿੱਪਣੀ ਭੇਜੀ ਗਈ। ਇੱਥੇ ਕਰ ਮੈਂ ਆਪਣਾ ਰੈਵਨਿਊ ਡਾਇਰੈਕਟਰ ਨੂੰ ਵੀ ਚਿੱਠੀਆਂ ਪਾਈਆਂ ਕੀਤੀਆਂ ਗਈਆਂ, FCR ਨੂੰ ਵੀ ਪਾਈਆਂ ਕੀਤੀਆਂ ਗਈਆਂ, ਪਰਸੋਨਲ ਨੂੰ ਵੀ ਪਾਈਆਂ ਗਈਆਂ, ਬਾਈ ਨੇਮ ਪਾਈਆਂ ਗਈਆਂ ਕੰਪਲੇਂਟਾਂ, ਤਾਂ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਕੋਈ ਇੱਥੋਂ ਥੱਲੇ ਟਿੱਪਣੀ ਵੀ ਨਹੀਂ ਉੱਪਰ ਭੇਜ ਰਿਹਾ। ਇੱਥੋਂ ਤੱਕ ਇਹਨੂੰ ਹੈਗਾ ਮਤਲਬ ਕਿ ਲਮਕਾਉਣ ਦੀ ਖਾਤਰ ਇੱਕ ਕਮੇਟੀ ਬਣਾ ਦਿੱਤੀ ਗਈ, ਜਿਹਦੇ 'ਚ ਮਤਲਬ ਕਿ ਮੈਂਬਰ ਬਣਾ ਦਿੱਤੇ, ਚੇਅਰਮੈਨ ਬਣਾ ਦਿੱਤਾ ਆਪਣਾ DRO, ਤੇ ਆਪਣਾ ਮੈਂਬਰ ਬਣਾਤਾ ਤਹਿਸੀਲਦਾਰ ਦੇ ਨਾਲ ਇੱਕ ਕਾਰਪੋਰੇਸ਼ਨ ਦਾ ਮਤਲਬ ਕਿ ਆਪਣਾ MTP। ਠੀਕ ਹੈ, ਉਹਨੂੰ ਲਮਕਾ ਕੇ ਉਹਦੇ ਵਿੱਚ ਵੀ ਮੈਂ ਸ਼ਾਮਲ ਹੋਇਆ। ਤਫਤੀਸ਼ ਦੇ ਵਿੱਚ ਵੀ ਸਾਰਾ ਰਿਕਾਰਡ ਪ੍ਰੋਵਾਈਡ ਕੀਤਾ ਕਰਾਇਆ ਇਹਨਾਂ ਨੂੰ ਵੀ ਭਾਈ ਆ ਸਾਰੀ ਪ੍ਰਾਪਰਟੀ ਜਿਹੜੀ ਹੈ ਕਮੇਟੀ ਦੀ ਹੈਗੀ, ਨਾ ਬੋਲਦੀ ਪਈ, ਤੇ ਕਮੇਟੀ ਉਸ ਬੈਨਾਮੇ ਤੋਂ ਹੀ ਨਕਸ਼ੇ ਤੇ ਮਨਜ਼ੂਰ ਕਰੀ ਜਾਂਦੀ ਹੈ, ਤੇ ਉਸ ਨਾਲ ਹੀ ਬਿਲਡਿੰਗਾਂ ਉੱਤੇ ਬਣੀ ਜਾ ਰਹੀਆਂ ਹੈਗੀਆਂ। ਤੇ ਉੱਤੇ ਗਾਂ ਫਿਰ ਇਹਨਾਂ ਤੇ ਨਜਾਇਜ਼ ਇਕਰੋਚਮੈਂਟ ਵੀ ਹੋਈ ਜਾ ਰਹੀ ਸਾਰੀ ਅੱਗੇ ਦੇ ਅੱਗੇ, ਜਿਹੜੀ ਕੋਈ ਖਾਲੀ ਜਗ੍ਹਾ ਪਈ ਹੈ ਉਹਨਾਂ ਤੇ ਵੀ ਇਕਰੋਚਮੈਂਟ ਕਰਦੇ ਪਏ ਆ। ਅੰਦਾਜ਼ਾ ਲਗਾਉਣਾ ਹੋਵੇ ਕਿੰਨੇ ਕਰੋੜ ਦੀ ਪ੍ਰਾਪਰਟੀ ਹੈ? ਅੰਦਾਜ਼ਾ ਇਹਦੀ ਰੈਵਨਿਊ ਅੱਜ ਦੇ ਰਿਕਾਰਡ ਦੇ ਨਾਲ ਕਲੈਕਟਰ ਰੇਟ ਦੇ ਮੁਤਾਬਕ ਵੀ ਗਿਣੀ ਦੇਖਿਆ ਜਾਵੇ ਕਰੇ ਹੈਗਾ 2500 ਤੋਂ 3000 ਕਰੋੜ ਰੁਪਏ ਦੀ ਪ੍ਰਾਪਰਟੀ ਹੋਏਗੀ, ਸਰਕਾਰੀ ਰੇਟ ਦੇ ਮੁਤਾਬਕ ਵੀ ਹੈਗੀ। ਵੈਸੇ ਤੁਸੀਂ ਗੱਲਬਾਤ ਕੀਤੀ ਹੈ, ਉਹ ਵੈਸੇ ਕਿ ਮਰਲੇ ਦਾ ਰੇਟ ਲਾਉਣਾ ਹੋਵੇ ਜਾਂ ਜੇ ਗਾਜ ਦੇ ਰੇਟ ਦੇ ਵਿੱਚ ਆ ਤਾਂ ਇਹਦੀ ਮਾਰਕੀਟ ਵੈਲਿਊ ਨਾਲ ਵੇਖਿਆ ਜਾਵੇ ਤੇ ਮਰਲੇ ਦੇ ਹਿਸਾਬ ਨਾਲ ਸਾਡੇ ਇੱਥੇ ਪ੍ਰਾਪਰਟੀਆਂ ਵਿਕਦੀਆਂ ਕਰਦੀਆਂ, ਸੌਦੇ ਹੁੰਦੇ ਕਰਦੇ ਆ। ਉਹਦੇ 'ਚ ਕਮ ਸੇ ਕਮ ਵੀ ਇਹ ਮਰਲੇ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਹੈਗਾ ਵੀ ਜਿਹੜੀ ਰੈਜ਼ੀਡੈਂਸ਼ੀਅਲ ਏਰੀਆ ਜਿਹਦੇ 'ਚ ਹੈਗਾ, ਜਿਵੇਂ ਨਿਊ ਟਾਊਨ ਹੈਗਾ, ਇੱਥੇ ਕਮ ਸੇ ਕਮ ਵੀ 10 ਤੋਂ 15 ਲੱਖ ਰੁਪਏ ਦੇ ਅਲੱਗ-ਅਲੱਗ ਰੇਟ ਹੈਗੇ ਆ। ਜੇ ਮੰਡੀ ਆ ਗਈ, ਜੇ ਕਮਰਸ਼ੀਅਲ ਆ ਗਿਆ ਹੈਗਾ, ਇੱਥੇ ਤਾਂ 2-2 2.5 ਕਰੋੜ ਰੁਪਏ 'ਚ ਇੱਕ ਦੁਕਾਨ ਵਿਕਦੀ ਹੈਗੀ ਹੈ। ਹਾਂਜੀ। ਕੀ ਏਰੀਆ ਦਾ ਨਾਂ ਕੀ ਵੱਜਦਾ ਇਹਦਾ ਨਾਂ ਵਿੱਚ ਏਰੀਆ ਦਾ ਵੱਜਦਾ ਵਟਨਗੰਜ ਰਕਬਾ ਵੱਜਦਾ ਹੈਗਾ ਜੀ, ਰੈਵਨਿਊ ਰਿਕਾਰਡ ਦੇ ਵਿੱਚ ਹੈਗਾ ਵਟਨਗੰਜ ਰਕਬਾ ਕਹਿੰਦੇ ਆ। ਇਹ ਅੰਗਰੇਜ਼ਾਂ ਨੇ ਸ਼ਾਮਲੜ ਪ੍ਰਾਪਰਟੀ ਨੂੰ ਉਦੋਂ ਆਪਦੇ ਸ਼ਹਿਰ ਨੂੰ ਵਸਾਉਣ ਲਈ ਹੈਗਾ, ਇੱਕ ਮਤਲਬ ਕਿ ਸ਼ਾਮਲੜ ਥੇ ਦੀ ਪ੍ਰਾਪਰਟੀ ਨੂੰ ਹੈਗਾ ਇਹ ਮਤਲਬ ਕਿ ਕੱਟਿਆ ਕੀਤਾ ਸੀਗਾ, ਉਹ ਤੇ ਇਹਨਾਂ ਨੇ ਲੋਕਾਂ ਨੂੰ ਉੱਥੇ ਬਿਠਾਇਆ ਕੀਤਾ, ਪਰ ਕਿਸੇ ਨੂੰ ਕੋਈ ਅਲਾਟਮੈਂਟ ਨਹੀਂ ਕੀਤੀ ਗਈ, ਨਾ ਹੀ ਕਿਸੇ ਨੇ ਆਪਦੇ ਨਾਮ ਦੀ ਰਜਿਸਟਰੀ ਕਰਾਈ ਕੀਤੀ ਗਈ। ਇਹ ਰਜਿਸਟਰੀਆਂ ਇੱਕ ਦੂਜੇ ਨੂੰ ਮਤਲਬ ਕਿ ਲੈਂਡ ਮਾਫੀਆ ਦੇ ਨਾਲ ਰੱਖ ਕੇ ਇੱਕ ਦੂਜੇ ਨਾਲ ਸੱਟੇਬਾਜ਼ੀ 'ਚ ਹੋ ਰਹੀਆਂ ਹੈਗੀਆਂ ਸਾਰੀਆਂ, ਇੱਕ ਦੂਜੇ ਨੂੰ ਵੇਚੀ ਤਕਰੀਆਂ ਦੇ ਨਾਲ ਕਿ ਇਹਦੇ ਰੈਵਨਿਊ ਰਿਕਾਰਡ 'ਚ ਨਾ ਇਹਦਾ ਇੰਤਕਾਲ ਹੁੰਦਾ, ਨਾ ਕੋਈ ਜਮ੍ਹਾਂਬੰਦੀ ਬਣਦੀ ਹੈ, ਨਾ ਕੋਈ ਇਹਨਾਂ ਕੁਝ ਹੋਰ ਹੁੰਦਾ ਹੈਗਾ। ਠੀਕ ਹੈ, ਮਤਲਬ ਜਾਂ ਜਮ੍ਹਾਂਬੰਦੀ ਹੁੰਦੀ ਹੈ ਨਾ ਇਹਦਾ ਰਿਕਾਰਡ ਹੈ, ਪਰ ਫਿਰ ਵੀ ਲਗਾਤਾਰ ਜਿਹੜੀ ਜ਼ਮੀਨ ਵੇਚੀ ਜਾ ਰਹੀ ਹੈਗੀ ਹੈ।
ਇੱਕ ਪਟਵਾਰ ਸਰਕਲਾਂ ਦੇ ਵਿੱਚ ਇਹਨਾਂ ਨੇ ਹੈਗਾ 1944-45 ਦਾ ਇੱਕ ਰਜਿਸਟਰ ਲਗਾ ਰੱਖਿਆ ਹੈਗਾ। ਉਹ 'ਚ ਫਰਜ਼ੀ ਮਤਲਬ ਕਿ ਇਹਦੇ ਇੰਤਕਾਲ ਦੀ ਐਂਟਰੀਆਂ ਪਾ ਦਿੰਦੇ ਹੈਗੇ ਵੀ ਯਾਰ ਬੈਨਾਮਾ ਹੋਇਆ ਆ ਫਲਾਣੇ ਨੇ ਕਿਰਾਇਆ ਕੀਤਾ ਹੈਗਾ। ਜਦ ਕਿ ਰੈਵਨਿਊ ਦਾ ਜਿਹੜਾ ਹੁੰਦਾ ਰਿਕਾਰਡ ਹੈਗਾ ਜਿਹੜਾ ਹੈਗਾ ਜਿਵੇਂ ਇਹਨਾਂ ਦੇ ਚੌਸਾਲਾ ਹਰ 4 ਵਾਰ ਮਲਕੀਅਤ ਬਦਲੀ ਪਲਟੀ ਜਾਂਦੀ ਹੈਗੀ ਆ, ਉਹ ਵੀ ਮਿਊਂਸਪਲ ਕਮੇਟੀ ਦੇ ਨਾਂ ਤੇ ਪਲਟੀ ਜਾਂਦੀ ਸਾਰੀ ਹੈਗੀ। ਠੀਕ ਹੈ। ਅੱਜ ਦੀ ਮੌਜੂਦਾ ਕਮੇਟੀ ਨੂੰ ਵੀ ਮਿਊਂਸਪਲ ਕਮੇਟੀ ਦੇ ਨਾਂ ਤੇ ਪ੍ਰਾਪਰਟੀ ਬੋਲਦੀ ਪਈ ਹੈ। ਕੋਈ ਇਹਨਾਂ ਦੇ ਜੋ ਓਨਰ ਜਿੰਨੇ ਦੇ ਵੀ ਕਾਗਜ਼ ਹੈਗੇ ਗੈਰ ਮਲੂਸੀ ਜਿਨ੍ਹਾਂ ਨੂੰ ਕਹਿ ਦਿੰਦੇ ਹੈਗੇ ਇਹਨਾਂ ਦੀ ਭਾਸ਼ਾ 'ਚ, ਇਹ ਇਹਨਾਂ ਦੇ ਨਾਂ ਤੇ ਕਿਸੇ ਦੇ ਨਾਂ ਤੇ ਪ੍ਰਾਪਰਟੀ ਇੰਤਕਾਲ ਦੇ ਵਿੱਚ ਦਰਜ ਨਹੀਂ ਹੈਗੀ। ਤੁਸੀਂ ਕਦੋਂ ਤੋਂ ਲੱਗੇ ਹੋਏ ਹੋ ਜਿਹੜਾ ਇੱਕ ਅਪਲਾਈ ਦੇ ਕਦੋਂ ਤੋਂ ਤੁਹਾਨੂੰ ਜਾਣਕਾਰੀ ਮਿਲੀ ਸੀ ਤੇ ਲਗਾਤਾਰ ਕਦੋਂ ਤੋਂ ਫਿਰ ਤੁਸੀਂ ਚੱਲ ਰਹੇ ਹੋ ਚਿੱਠੀਆਂ ਪੱਤਰਾਂ ਦੇ ਵਿੱਚ ਆਰਟੀਆਈਆਂ ਦੇ ਵਿੱਚ ਕਦੋਂ ਤੋਂ ਪਾ ਰਹੇ ਹੋ? ਮੈਂ 2013-14 ਦਾ ਇਹਦੇ ਮਗਰ ਲੱਗਿਆ ਹੋਇਆ ਹੈਗਾ, ਮੈਨੂੰ 7 ਸਾਲ ਹੋ ਗਏ ਇਸ ਗੱਲ ਦੇ ਛਗਾ। ਇਹਦੇ ਲਗਾਤਾਰ ਇਹਦੀ ਸ਼ਿਕਾਇਤਾਂ ਵੀ ਪਾ ਰਹੇ ਹਾਂ, ਕੰਪਲੇਂਟਾਂ ਵੀ ਪਾ ਰਹੇ ਹਾਂ, ਪਰ ਕੋਈ ਸੁਣਵਾਈ ਨਹੀਂ ਹੋ ਰਹੀ ਇਹਦੇ ਛਗੀ। ਪਰ ਉਹੀ ਗੱਲ ਵੀ ਇੱਥੇ ਮੁੜ ਥੋੜ੍ਹਾ ਉੱਥੇ ਥੱਲਿਓਂ ਨੀਚੇੋਂ ਮਤਲਬ ਰਿਪੋਰਟਾਂ ਮੰਗਦੇ ਆ, ਥੱਲਿਓਂ ਨੀਚੇ ਸਾਰੇ ਅਫਸਰ ਜਿਹੜੇ ਹੈਗੇ ਟਾਈਮ ਪਾਸ ਕਰਦੇ ਆ ਤੇ ਨਾਲ ਭੂ ਮਾਫੀਆ ਦੇ ਨਾਲ ਮਿਲੀ ਭਗਤ ਇਹਨਾਂ ਦੀ ਸਾਰੀ। ਇੱਥੇ ਪਟਵਾਰ ਸਰਕਲਾਂ ਦੇ ਵਿੱਚ ਪਟਵਾਰੀਆਂ ਨੇ ਪ੍ਰਾਈਵੇਟ ਬੰਦੇ ਆਪਦੇ ਬਿਠਾ ਰੱਖੇ ਹੈਗੇ ਆ, 2-2 3-3 ਬੰਦੇ ਹਰੇਕ ਪਟਵਾਰੀ ਨੇ ਬਿਠਾ ਰੱਖੇ ਆ ਜਿਹੜੇ ਕਿ ਉਹ ਭੂ ਮਾਫੀਆ ਨਾਲ ਸੌਦੇਬਾਜ਼ੀ ਕਰਦੇ ਆ। ਮਤਲਬ ਕਿ ਇੱਥੇ ਫਰਦ ਵੀ ਲਵਾਉਣੀ ਹੋਵੇ ਜਮਾਬੰਦੀ ਵੀ ਉਹ ਵੀ ਪ੍ਰਾਈਵੇਟ ਬੰਦਾ ਉਤਾਰਦਾ ਤੇ ਸਿਰਫ ਦਕਸਰ ਪਟਵਾਰੀ ਕਰਦਾ ਉੱਤੇ ਹੈਗਾ। ਇਹ ਸਾਰਾ ਕੰਮ ਗੋਰਖ ਧੰਦਾ ਇਸੇ ਤਰ੍ਹਾਂ ਹੀ ਚੱਲੀ ਜਾਂਦਾ ਹੈ। ਹਾਂਜੀ, ਯਾਨੀ ਕਿ ਰੈਵਨਿਊ ਜਿਹੜਾ ਵਿਭਾਗ ਆ ਉਹ ਪੂਰੀ ਤਰ੍ਹਾਂ ਨਾਲ ਇਹਦੇ ਵਿੱਚ ਲੁਪਤ ਹੈ। ਪੂਰਾ ਲੁਪਤ ਹੈ ਜੀ। ਲੁਪਤ ਨਾ ਹੋਵੇ ਤਾਂ 11-12 ਦੇ ਦੌਰਾਨ ਸਾਲ ਦੇ ਵਿੱਚ ਹੈਗਾ 55 ਪਟਵਾਰ ਸਰਕਲ ਜਿਹੜੇ ਆਨਲਾਈਨ ਹੋ ਗਏ। 5 ਪਟਵਾਰ ਸਰਕਲ ਅੱਜ ਦੀ ਤਰੀਕ ਤੇ 9 ਸਾਲਾਂ ਦੇ ਵਿੱਚ ਆਨਲਾਈਨ ਕਿਉਂ ਨਹੀਂ ਹੋ ਰਹੇ ਹੈਗੇ? ਕਿਉਂ ਇਹਦੇ ਵਿੱਚੋਂ ਇਹ ਮਾਲ ਬਣਦਾ ਹੈ। ਸ਼ਹਿਰੀ ਪ੍ਰਾਪਰਟੀ ਸਾਰੀ ਇਹਨਾਂ 5 ਪਟਵਾਰ ਸਰਕਲਾਂ ਦੇ ਵਿੱਚ ਹੀ ਆਉਂਦੀ ਹੈ। ਮੈਂ ਤਾਂ ਇਹਨਾਂ ਇੱਥੋਂ ਤੱਕ ਵੀ ਤਹਿਸੀਲਦਾਰ ਨੂੰ ਵੀ ਐਸਡੀਐਮ ਨੂੰ ਸਭ ਨੂੰ ਪੁੱਛਿਆ ਕੀਤਾ ਵੀ 55 ਪਟਵਾਰ ਸਰਕਲ ਜਿਹੜੇ ਆਨਲਾਈਨ ਕੀਤੇ ਗਏ ਹੈਗੇ 2011-12 ਦੇ ਦੌਰਾਨ, ਉਦੋਂ ਲੈ ਕੇ ਹੁਣ ਤੱਕ ਦੇ 9 ਸਾਲਾਂ ਦੇ ਵਿੱਚ 5 ਪਟਵਾਰ ਸਰਕਲਾਂ ਦੀ ਕਿਆ ਐਂਟਰੀਆਂ 55 ਪਟਵਾਰ ਸਰਕਲਾਂ ਨਾਲੋਂ ਜ਼ਿਆਦਾ ਹੈ ਜਿਹੜੀਆਂ ਅੱਜ 9 ਸਾਲਾਂ 'ਚ ਪੂਰੀਆਂ ਨਹੀਂ ਹੋ ਸਕੀਆਂ? ਉਹ ਕੋਈ ਜਵਾਬ ਨਹੀਂ ਇਹਨਾਂ ਕੋਲ ਹੈਗਾ ਇਸ ਗੱਲ ਦਾ ਹੈਗਾ। ਸਭ ਮਤਲਬ ਕਿ ਮਿਲੀ ਭਗਤ ਕੰਮ ਕਰਦੇ ਹੈਗੇ ਆ। ਇੱਥੋਂ ਤੱਕ ਕੀ ਹੈਗਾ ਵੀ ਇੰਨਾ ਕਰਪਟ ਹੋ ਰਿਹਾ ਹੈਗਾ ਵੀ ਪੁੱਛੋਗੇ ਨਾ, ਜੇ ਕਿਸੇ ਨੇ ਕੋਈ ਦਰੁਸਤੀ ਵੀ ਕਰਾਉਣੀ ਹੈਗੀ ਆਪਦੀ ਪ੍ਰਾਪਰਟੀ ਦੇ ਵਿੱਚ ਕੋਈ ਇੰਦਰਾਜ ਗਲਤ ਹੋ ਗਿਆ ਚੜ੍ਹ ਗਿਆ ਕਰ ਗਿਆ, ਉਹਦੇ ਵੀ ਮੋਟੀ ਮਤਲਬ ਕਿ ਮਾਲ ਮੰਗਿਆ ਜਾਂਦਾ ਹੈਗਾ। ਤੁਸੀਂ ਐਂ ਤੋਂ ਲੱਗੇ ਹੋਏ ਹੋ, ਕੋਈ ਸਰਕਾਰ ਦਾ ਨੁਮਾਇੰਦਾ ਜਿਸ ਕਿ ਪੋਲੀਟੀਕਲ ਬੰਦੇ ਉਹਨਾਂ ਨੇ ਨਹੀਂ ਤੁਹਾਡੀ ਗੱਲ ਕੀਤੀ ਕਿ ਅਸੀਂ ਇਸ 'ਤੇ ਚਾਹੇ ਮੌਜੂਦਾ ਵਿਧਾਇਕ ਹੋਣ ਕਿ ਅਸੀਂ ਇਸ 'ਤੇ ਹੱਲ ਕਰਾਂਗੇ ਜੀ, ਅਸੀਂ ਤੁਹਾਡੀ ਗੱਲ ਸੁਣਦੇ ਹਾਂ, ਜਿਹੜਾ ਇੱਥੇ ਕਬਜ਼ੇ ਹੋ ਰਹੇ ਇਹਨੂੰ ਹਟਾਵਾਂਗੇ, ਅਸੀਂ ਅਫਸਰਾਂ ਨੂੰ ਕਵਾਂਗੇ? ਪੋਲੀਟੀਕਲ ਲੀਡਰ ਜਿਹੜੇ ਆ ਸਭ ਆਪਦੀ ਵੋਟ ਬੈਂਕ ਨੂੰ ਵੇਖਦੇ ਆ, ਆਪਦੀ ਰਾਜਨੀਤੀ ਰੋਟੀਆਂ ਸੇਕਦੇ ਆ, ਮੌਕੇ ਮੁਤਾਬਕ ਉਹ ਸਾਰੀ ਰਾਜਨੀਤੀ ਕਰਦੇ ਹੈਗੇ ਆ। ਉਹ ਪਬਲਿਕ ਦੇ ਇਹ ਫੇਵਰ 'ਚ ਕੁਝ ਨਹੀਂ ਹੈਗਾ ਉਹਨਾਂ ਨੂੰ ਸਿਰਫ ਵੋਟਾਂ ਦਿਖਦੀਆਂ ਆਪਦੀਆਂ ਵੀ ਬਸ ਵੋਟ ਨਾ ਟੁੱਟੇ ਕਿਤੇ ਹੈਗਾ। ਅਫਸਰਾਂ ਨੂੰ ਦਬਾਉਂਦੇ ਆ ਤੇ ਇਸ ਵਿੱਚ ਕਰਦੇ ਜਿਹੜੇ ਲੀਡਰ ਹੀ ਕਰਦੇ ਪਏ ਹੈਗੇ ਆਪਸ 'ਚ। ਲੀਡਰਾਂ ਦੀ ਸ਼ਹਿ 'ਤੇ ਹੀ ਸਾਰਾ ਕੰਮ ਹੁੰਦਾ ਪਿਆ। ਕੋਈ ਵੀ ਪਾਰਟੀ ਲੈ ਲਓ ਪੋਲੀਟੀਕਲ ਦੀ, ਚਾਹੇ ਅਕਾਲੀ ਲੈ ਲਓ ਚਾਹੇ ਕਾਂਗਰਸ ਲੈ ਲਓ, ਚਾਹੇ ਇਹੀ ਰਹੀਆਂ ਸਾਡੇ ਤੇ ਦੋ ਆਮ ਪੰਜਾਬ ਦੇ ਵਿੱਚ ਆਉਣ ਵਾਲੇ ਪਿਛਲੇ ਸਮਿਆਂ ਦੇ ਵਿੱਚ ਸਾਰੀਆਂ ਇਹ ਭੂ ਮਾਫੀਏ ਦੇ ਨਾਲ ਮਿਲੀ ਭਗਤਾਂ ਵਾਲੀ ਕੰਮ ਹੁੰਦਾ ਹੈਗਾ ਸਾਰਾ। ਤੁਹਾਨੂੰ ਨਹੀਂ ਆਫਰ ਵਗੈਰਾ ਆਈ ਕੀਤੀ ਜਾਂ ਤੁਹਾਨੂੰ ਧਮਕੀ ਵਗੈਰਾ ਦਿੱਤੀ ਹੋਵੇ ਕਿ ਤੁਸੀਂ ਸਾਡੇ ਕੱਪੜੇ ਨਾ ਕੱਢੋ, ਅਸੀਂ ਤੁਹਾਨੂੰ ਇਹ ਕਰ ਦਿਆਂਗੇ, ਜਾਂ ਤੁਹਾਨੂੰ ਕੋਈ ਆਫਰ ਦਿੱਤੀ ਹੋਵੇ ਕਿ ਪੈਸੇ ਲੈ ਲਓ ਚੁੱਪ ਕਰ ਜਾਓ, ਕੀ ਲੈਣਾ ਤੁਸੀਂ? ਮੈਨੂੰ ਇੱਥੋਂ ਤੱਕ ਇਹਨਾਂ ਨੇ ਹਰਾਸਮੈਂਟ ਕੀਤਾ ਕਰਾਇਆ ਗਿਆ ਹੈਗਾ ਹੀ ਆਰਟੀਆਂ ਦੇ ਰਾਹੀਂ। ਮੈਂ ਜੋ ਕੱਪੜੇ ਕਰਦਾ ਸੀ ਮਤਲਬ ਇੰਨਾ ਮੈਨੂੰ ਦਬਾਅ ਦੇ ਕੋਸ਼ਿਸ਼ ਕੀਤੀ ਗਈ। ਮੇਰੇ 182 ਦਾ ਪਰਚਾ ਮੇਰੇ ਤੇ ਦਰਜ ਕੀਤਾ ਗਿਆ। ਠੀਕ ਹੈ। ਦੁਕਾਨ ਘਰ ਦੇ ਅੱਗੇ ਕੂੜੇ ਦੀਆਂ 2-2 ਟਰਾਲੀਆਂ ਸੁੱਟੀਆਂ ਗਈਆਂ। ਮੇਰੇ ਤੇ SC ST ਦਾ ਪਰਚਾ ਦਰਜ ਕੀਤਾ ਗਿਆ। ਇੱਥੋਂ ਤੱਕ ਕਿ ਮੇਰੇ ਤੇ ਹੈਗਾ ਦਫ਼ਤਰ ਗਿਆ ਨੂੰ ਮੈਨੂੰ ਕਿਡਨੈਪ ਵੀ ਕੀਤਾ ਗਿਆ ਵੀ ਹੋਰ ਵੀ ਹੈਗਾ ਵੀ ਤੂੰ ਕਿਸੇ ਤਰੀਕੇ ਨਾਲ ਤੋਂ ਪਿੱਛੇ ਹਟ ਇਹਨਾਂ ਕੰਮਾਂ ਤੋਂ ਹੈਗਾ। ਮੈਂ ਡਰਿਆ ਨਹੀਂ, ਕੀਤਾ ਨਹੀਂ, ਮੈਂ ਆਪਦੀ ਉਸ ਹਿਸਾਬ ਨਾਲ ਆਪਦੀ ਚਾਲ ਨਾਲ ਰੂਟੀਨ ਦੇ ਨਾਲ ਕਰੀ ਜਾ ਰਿਹਾ ਕੰਮ ਨਾਲ ਹੈਗਾ। ਉਲਟਾ ਮੈਂ ਇਹਨਾਂ ਦੇ 37 ਬੰਦਿਆਂ ਦੇ ਕੂੜਾ ਸਿੱਟਣ ਵਾਲਿਆਂ ਦੇ ਉਲਟਾ ਇਹਨਾਂ ਦੇ FIR ਦਰਜ ਕਰਾਈ ਹਾਈ ਕੋਰਟ ਦੇ ਆਰਡਰਾਂ ਦੇ ਮੁਤਾਬਕ। ਕੀ ਮਤਲਬ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੇ ਭੂ ਮਾਫੀਆ ਨੂੰ ਫਿਰ ਕੌਣ ਨੱਥ ਪਾ ਸਕਦਾ? ਜਿਨ੍ਹਾਂ ਅਫਸਰਾਂ ਤੋਂ ਉਮੀਦ ਆ ਉਹ ਸਾਰੇ ਅਫਸਰ ਤੁਸੀਂ ਕਿਹਾ ਵਿੱਚ ਆਏ ਦੇ ਉੱਪਰ ਸ਼ਿਕਾਇਤ ਕਰਦੇ ਹੋ, ਉਹ ਨਹੀਂ ਸੁਣਦੇ, ਕੌਣ ਹੈ ਫਿਰ ਜਿਹਨਾਂ ਨੂੰ ਰੋਕ ਸਕਦਾ? ਇਹਨਾਂ ਨੂੰ ਇਹ ਕੋਰਟ ਦੇ ਆਰਡਰਾਂ ਨੂੰ ਵੀ ਕੁਝ ਨਹੀਂ ਸਮਝਦੇ ਹੈਗੇ ਅਫਸਰ। ਇਹ ਸਿਰਫ ਇੱਕ ਟਾਈਮ ਪਾਸ ਕਰਦੇ ਆਪਦਾ ਵੀ ਸਾਨੂੰ ਇੱਥੇ ਸੀਟ ਤੇ ਪੋਸਟ ਮਿਲ ਗਈ ਹੈ, ਇਹ 2-3 ਸਾਲ ਜਿੰਨੇ ਵੀ ਅਸੀਂ ਰਹਿਣਾ ਹੈਗਾ 3 ਸਾਲ ਦਾ ਪੀਰੀਅਡ ਆ, ਜਿਵੇਂ IAS ਅਫਸਰ ਜਾਂ ਹੈਗਾ PCS ਅਫਸਰਾਂ ਦਾ, ਵੀ ਉਹ ਟਾਈਮ ਪਾਸ ਕਰਦੇ ਆ ਵੀ ਆਪਦਾ ਵੀ ਕਿੰਨੇ ਹੈਗੇ ਉਹ ਕਹਿੰਦੇ ਸਾਰੀ ਸਿਸਟਮ ਚੱਲਦਾ ਸਾਡਾ ਵੀ ਟਾਈਮ ਪਾਸ ਕਰੋ, ਅਗਲਾ ਉਹ ਦੇਖੂਗਾ। ਇਹ ਸਾਡੇ ਪਿਛਲੇ ਦਾ ਟਾਈਮ ਕੰਮ ਉਹਦਾ ਹੈਗਾ। ਇਸੇ ਤਰੀਕੇ ਨਾਲ ਹੀ ਸਾਰਾ ਕੰਮ ਚੱਲੀ ਜਾ ਰਿਹਾ ਹੈਗਾ। ਸਾਡੇ ਤੇ ਇੱਕ ਨਾਮ ਮਿਲ ਜਾਂਦਾ ਜਦੋਂ ਕੋਈ ਵਿਅਕਤੀ ਕੱਪੜੇ ਉਜਾਗਰ ਕਰਦਾ ਹੈ, ਲੋਕਾਂ ਨੂੰ ਲੋਕਾਂ ਤੋਂ ਜਾਣਕਾਰੀਆਂ ਲੈ ਕੇ ਆਉਂਦਾ, ਉਹਨੂੰ ਫਿਰ ਇਹ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਬਲੈਕਮੇਲਿੰਗ ਵਾਸਤੇ ਹੈ ਜੀ, ਮਹਿਕਮਿਆਂ ਨੂੰ ਬਲੈਕਮੇਲ ਕਰਨਾ ਤਾਂ ਕਰਕੇ ਜਿਆ ਕੁਝ ਕਰ ਰਹੇ। ਮੈਨੂੰ ਬਹੁਤ ਕੁਝ ਤਗਮੇ ਇਹਨਾਂ ਨੇ ਦਿੱਤੇ ਗਏ, ਬਲੈਕਮੇਲਰ ਵੀ ਆਖਿਆ ਗਿਆ, ਬੜਾ ਕੁਝ ਆਖਿਆ ਗਿਆ ਇਹਨਾਂ ਨੇ। ਇੱਥੋਂ ਤੱਕ ਕਰਕੇ ਮੇਰਾ 15 ਦਿਨ ਸਟ੍ਰਾਈਕ ਕਰਕੇ ਜਲੂਸ ਵੀ ਕੱਢੇ ਗਏ ਕਿਤੇ ਇਹਨਾਂ ਨੇ ਹੈਗਾ, ਮੁਜ਼ਾਹਰੇ ਵੀ ਕੀਤੇ ਗਏ। ਹੋਣ ਦੇ ਬਾਵਜੂਦ ਵੀ ਮੈਂ ਇਹਨਾਂ ਤੋਂ ਡਰਿਆ ਨਹੀਂ ਹੈਗਾ। ਫਿਰ
ਫਿਰ ਵੀ ਆਪਦੇ ਕੰਮ ਦੇ ਵਿੱਚ ਇਮਾਨਦਾਰੀ ਨਾਲ ਮੈਂ ਲੱਗਿਆ ਰਿਹਾ ਹੈਗਾ। ਅੱਜ ਵੀ ਲੱਗਿਆ ਹੋਇਆ ਮੈਂ ਇਹਨਾਂ ਦੇ ਮਗਰ, ਸਾਰਾ ਕੁਝ ਹੈਗਾ। ਪਰ ਇੱਥੇ ਕੋਈ ਫਾਇਦਾ ਨਹੀਂ ਹੈਗਾ ਕੰਮ ਕਰਨ ਦਾ ਹੈਗਾ ਇਹਨਾਂ ਦਾ ਹੈਗਾ ਵੀ ਉਹੀ ਗੱਲ ਵੀ ਪੰਜਾਬੀ ਦੀ ਇੱਕ ਕਹਾਵਤ ਹੈ, ਅੰਨੀ ਵੰਡੇ ਰੋੜੀਆਂ ਮੁੜ ਮੁੜ ਆਪਣੇ ਨੂੰ ਦੇਵੇ ਹੈਗਾ। ਉਸ ਤਰ੍ਹਾਂ ਦੇ ਇਹ ਕੰਮ ਕਰਦੇ ਪਏ ਆ ਵੀ ਟਾਈਮ ਪਾਸ ਕਰੋ, ਮਾਲ ਬਣਾਓ, ਚੱਲ ਲੱਗੇ। ਇੱਥੋਂ ਤੱਕ ਹੈਗਾ ਇੱਕ ਅਫਸਰ ਨੇ ਇੱਥੇ ਇੱਕੋ ਆਰਡਰਾਂ ਤੇ ਹੈਗਾ, ਇੱਕੋ ਪ੍ਰਾਪਰਟੀ ਦੇ ਸੰਬੰਧੀ ਤਿੰਨ ਸਪੀਕਿੰਗ ਆਰਡਰ ਜਾਰੀ ਕੀਤੇ ਆ। ਪਹਿਲਾਂ ਉਹ ਇਲੀਗਲ ਦੱਸਦਾ ਪਿਆ, ਮੁੜ ਕੇ ਉਹਨੂੰ ਉਸੇ ਨੂੰ ਆਰਡਰ ਉਸੇ ਪ੍ਰਾਪਰਟੀ ਨੂੰ ਉਸੇ ਨੂੰ ਲੀਗਲ ਦੱਸੀ ਜਾਂਦਾ ਹੈਗਾ। ਉਹਦੇ ਵੀ ਸਬੂਤ ਹੈਗੇ। ਉਹ ਹਾਈ ਕੋਰਟ 'ਚ ਮੇਰਾ ਕੇਸ ਚੱਲਦਾ ਪਿਆ, ਉੱਥੇ ਮੈਂ ਇਹਨਾਂ ਨੂੰ ਚੈਲੰਜ ਵੀ ਕਰੂੰਗਾ। ਉਹ ਮੈਂ ਹਾਊਸ ਵੀ ਇਹਨਾਂ ਨੂੰ ਕਿਹਾ ਹੈਗਾ, ਹੁਣ ਕਾਰਪੋਰੇਸ਼ਨ ਨੂੰ ਵੀ ਭਾਈ ਹਾਊਸ 'ਚ ਰੱਖੋ ਇਹਨਾਂ ਨੂੰ, ਪਰ ਉਹਨਾਂ ਵੀ ਪੋਲੀਟੀਕਲ ਲੀਡਰਾਂ ਨੇ ਨਹੀਂ ਰੱਖਣਾ ਹੈਗਾ। ਇਹ ਹਾਈ ਕੋਰਟ 'ਚ ਮੈਨੂੰ ਚੈਲੰਜ ਕਰਨਾ ਪੈਣਾ ਹੈਗਾ। ਠੀਕ ਹੈ। ਉਹ ਹਾਈ ਕੋਰਟ 'ਚ ਮੈਂ ਲੈ ਜਾਊਂਗਾ। ਅੱਗੇ ਵੀ ਮੇਰੇ ਹਾਈ ਕੋਰਟ 'ਚ PL ਚੱਲਦੀਆਂ ਪਈਆਂ ਹੈਗੀਆਂ, COCP ਚੱਲਦੀਆਂ ਪਈਆਂ ਇਹਨਾਂ ਮਸਲਿਆਂ 'ਚ ਹੀ, ਤੇ ਹੁਣ ਵੀ ਮੈਂ ਹਾਈ ਕੋਰਟ ਜਾਣ ਨੂੰ ਤਿਆਰ ਬੈਠਾ ਇਹਨਾਂ ਦੀ। ਹਾਂ, ਇਹ ਹਤਾਸ਼ ਨਹੀਂ ਹੁੰਦੇ ਸਿਸਟਮ ਤੋਂ ਵੀ ਯਾਰ ਕੋਈ ਸੁਣਵਾਈ ਨਹੀਂ ਕਰਦਾ? ਕੋਰਟ 'ਚ ਚਲੋ ਤੁਸੀਂ ਲੜ ਰਹੇ ਹੋ, ਲੰਮਾ ਸਮਾਂ ਹੋ ਗਿਆ, ਐਂ ਨਹੀਂ ਹੁੰਦਾ ਵੀ ਕਿਉਂ ਲੜ ਰਹੇ ਆ, ਕਿੰਨਾ ਸਮਾਂ ਹੋ ਗਿਆ, ਇਹ ਘਟਾਲੇ ਕੱਢੇ ਆ, ਫਿਰ ਵੀ ਲੋਕ ਜਿਹੜੇ ਆ ਅਫਸਰ ਆ ਉਹ ਕਿਤੇ ਨਾ ਕਿਤੇ ਫਿਰ ਮਿਲੇ ਹੋਏ ਆ। ਮੈਨੂੰ ਜੇ ਕਹਿ ਲਈਏ ਕਿ ਆਪਦੀ ਜ਼ਿੰਦਗੀ ਜਿਹੜੀ ਨਿੱਜੀ ਜ਼ਿੰਦਗੀ ਆ ਉਹਦੇ 'ਚ ਵੀ ਰੁਕਾਵਟਾਂ ਪੈਦਾ ਹੁੰਦੀਆਂ, ਹਤਾਸ਼ ਨਹੀਂ ਹੁੰਦਾ ਮਨ? ਪੂਰਾ ਹੁੰਦਾ ਇਸ ਗੱਲ 'ਚ ਹੈਗਾ। ਪਰ ਇਹ ਸੋਚਦਾ, ਹਰ ਕੋਈ ਬੰਦਾ ਇਹੀ ਸੋਚਦਾ, ਛੱਡ ਯਾਰ ਕੀ ਲੈਣਾ, ਛੱਡ ਯਾਰ ਕੀ ਲੈਣਾ। ਉਹ ਕੋਈ ਤਾਂ ਕੋਈ ਉੱਠ ਕੇ ਬੋਲੂਗਾ ਤਾਂ ਹੀ ਕੰਮ ਸਿੱਧਾ ਹੋਊਗਾ। ਜੇ ਸਾਰੇ ਛੱਡ ਯਾਰ ਚਾਹੂਗੇ ਤਾਂ ਫਿਰ ਇਹਨਾਂ ਦੀ ਸ਼ਾਇਦ ਹੋਰ ਵਧੀ ਜਾਂਦੀ ਆ ਉਸ ਹਿਸਾਬ ਨਾਲ। ਕੋਈ ਬੋਲਦਾ ਹੀ ਨਹੀਂ, ਬੋਲਣ ਵਾਲਾ ਵੀ ਕੋਈ ਚਾਹੀਦਾ। ਇਸੇ ਕਰਕੇ ਔਨ ਰਿਕਾਰਡ ਮੈਂ ਸਾਰਾ ਕੰਮ ਕਰ ਰਿਹਾ ਹੈਗਾ। ਉਹਨਾਂ ਚਿਰ ਹਟਦਾ ਨਹੀਂ ਮੈਂ ਪਿੱਛੇ ਇਹਨਾਂ ਦੇ, ਜਿੰਨਾ ਚਿਰ ਇਹਨਾਂ ਨੂੰ ਨੱਥ ਨਹੀਂ ਪਾਉਂਦਾ। ਲੱਗਦਾ ਵੀ ਕੋਰਟ ਤੋਂ ਆਰਡਰਾਂ ਤੋਂ ਬਾਅਦ ਇਹਨਾਂ ਨੂੰ ਨੱਥ ਪੈ ਜੂਗੀ, ਕੋਰਟ ਆਰਡਰ ਕਰੂਗੀ ਵੀ ਨੱਥ ਪਾਈ ਜਾਵੇ ਇਹਨਾਂ ਨੂੰ? ਕੋਰਟ ਆਰਡਰ ਕਰਦੀ ਹੈ, ਪਰ ਇਹਨਾਂ ਦਾ ਉਹ ਗੱਲ ਹੈ ਵੀ ਬੂਹੇ ਆਈ ਜੰਨ ਬੰਨੋ ਕੁੜੀ ਦੇ ਕੰਨ। ਮਤਲਬ ਕਿ ਤਰੀਕ ਜਦੋਂ ਨੇੜੇ ਆਉਂਦੀ ਹੈ ਉਦੋਂ ਹੱਲਾ ਸ਼ਰੀਏ ਮਾਰਦੇ ਕਰਦੇ, ਤਰੀਕ ਲੰਘ ਗਈ, ਅੱਗੇ ਡੇਟ ਪੈ ਗਈ, ਫਿਰ ਠੰਡੇ ਬਸਤੇ 'ਚ ਪਾ ਦਿਓ। ਆਰਡਰ ਫੈਸਲਾ ਵੀ ਕੋਰਟ ਸੁਣਾ ਦੇ ਕਰਦੇ, ਫਿਰ ਵੀ ਠੰਡੇ ਬਸਤੇ 'ਚ। ਜਿੰਨਾ ਚਿਰ ਕੰਟੈਂਪਟ ਆਫ ਦੀ ਕੋਰਟ ਇਹਨਾਂ ਦੇ ਉੱਤੇ ਨਾ ਲਾਗੂ ਕਿਤੇ, ਉਦੋਂ ਬਗੈਰ ਕੁਝ ਕੰਮ ਕਰਨ ਨੂੰ ਤਿਆਰ ਨਹੀਂ ਗਏ। ਹਾਂ, ਇਸੇ ਮਸਲੇ 'ਚ ਮੇਰੀਆਂ 2 ਕੰਟੈਂਪਟ ਆਫ ਕੋਰਟਾਂ ਅੱਜ ਦੀ ਤਰੀਕ 'ਚ ਵੀ ਕੋਰਟ ਚੱਲਦੀਆਂ ਪਈਆਂ ਹਾਈ ਕੋਰਟ 'ਚ, ਇਸੇ ਮਸਲੇ 'ਚ ਇਹਨਾਂ ਦੀ। ਪਰਿਵਾਰ ਨੇ ਕੁਛ ਆਂਦਾ, ਲੰਮੇ ਸਮੇਂ ਤੋਂ ਯੁੱਧ ਲੜ ਰਹੇ ਹੋ, ਪਰਿਵਾਰ ਵੀ ਕਹਿੰਦਾ ਵੀ ਆਪਾਂ ਕੀ ਲੈਣਾ, ਪਿੱਛੇ ਹੋ ਜੋ, ਤੁਸੀਂ ਕਿਉਂ ਸਮਾਂ ਖਰਾਬ ਕਰਦੇ ਹੋ ਆਪਦਾ? ਬਿਲਕੁਲ ਕਹਿੰਦਾ ਪਰਿਵਾਰ ਵੀ ਹੈਗਾ, ਪਰ ਹੁਣ ਉਹੀ ਗੱਲ ਦਲਦਲ ਦੇ ਵਿੱਚ ਇੰਨਾ ਮੈਂ ਜ਼ਿਆਦਾ ਖੁੱਭ ਚੁੱਕਿਆ ਹੈਗਾ ਇਸ ਦੇ ਵਿੱਚ ਹੈਗਾ। ਜੇ ਬਾਹਰ ਨੂੰ ਜ਼ੋਰ ਲਾਉਣਾ ਨਿਕਲ ਨੂੰ, ਉਹਨਾਂ ਥੱਲੇ ਨੂੰ ਕੱਸਦਾ ਜਾਂਦਾ ਹੈਗਾ। ਇਸ ਕਰਕੇ ਹੁਣ ਨਿਕਲਿਆ ਨਹੀਂ ਜਾ ਸਕਦਾ। ਸਿਰੇ ਲਾ ਕੇ ਹਟੋਗੇ? ਹਾਂਜੀ। ਤਾਂ ਗੱਲਬਾਤ ਕੀਤੀ ਅਸੀਂ ਸੁਰੇਸ਼ ਸੂਦ ਜੀ ਨਾਲ। ਉਹਨਾਂ 2500 ਕਰੋੜ ਦੇ ਲਗਭਗ ਦਾ, ਜੋ ਸਰਕਾਰੀ ਡੇਟਾ ਮੁਤਾਬਕ ਦੇਖਿਆ ਜਾਵੇ, ਭੂ ਮਾਫੀਆ ਇੱਥੇ ਕੰਮ ਕਰ ਰਿਹਾ ਹੈ। 2500 ਕਰੋੜ ਰੁਪਏ ਦਾ ਘਪਲਾ ਇਹਨਾਂ ਕੱਢਿਆ, ਤੇ ਹਾਲੇ ਤੱਕ ਉਹਨਾਂ ਕਿਹਾ ਕਿ ਜਿਹੜੇ ਸਾਰੇ ਅਫਸਰਾਂ ਦੀ ਲੌਬੀ ਹੈ ਕਿਤੇ ਨਾ ਕਿਤੇ ਉਹ ਮਿਲ ਜਾਂਦੀ ਹੈ, ਤੇ ਉਹਨਾਂ ਨੂੰ ਜਿਹੜਾ ਇਹ ਘਪਲਾ, ਇੱਕ ਪਾਸੇ ਉਹ ਘਪਲਾ ਉਜਾਗਰ ਕਰਦੇ, ਸਗੋਂ ਉਹਨਾਂ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਨਾ ਕਿ ਉਹਨਾਂ ਅਫਸਰਾਂ ਉੱਪਰ, ਉਹਨਾਂ ਮਾਲ ਮਹਿਕਮੇ ਦੇ ਅਧਿਕਾਰੀਆਂ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਜੋ ਸਭ ਕੁਝ ਇਹ ਰਲ ਮਿਲ ਕੇ ਜਿਹਨਾਂ ਜਿਹੜਾ ਚਲਾ ਰਹੇ ਹੈ। ਤਾਂ ਉਹਨਾਂ ਇਹ ਕਿਹਾ ਕਿ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇੱਕ ਨਾ ਇੱਕ ਦਿਨ ਕੋਰਟ ਦੇ ਆਰਡਰ ਆਉਣਗੇ, ਤੇ ਜਿਹੜਾ ਇਹ 2500 ਕਰੋੜ ਦੇ ਲਗਭਗ ਦੀ ਜਿਹੜੀ ਜ਼ਮੀਨ ਦੇ ਉੱਤੇ ਭੂ ਮਾਫੀਆ ਕਾਬਜ ਹੋਇਆ ਬੈਠਾ ਹੈ, ਇਹ ਤੋਂ ਕਬਜ਼ਾ ਦੂਰ ਹੋਵੇਗਾ, ਤੇ ਜਿਹੜਾ ਲੋਕਾਂ ਦੇ ਹਿੱਤ ਦੇ ਵਿੱਚ ਇਹ ਫੈਸਲਾ ਆਵੇਗਾ। ਤਾਂ ਤੁਸੀਂ ਦੇਖਿਆ ਕਿ ਕਿੱਡੇ ਕਿੱਡੇ ਵੱਡੇ ਪੱਧਰ ਦੇ ਉੱਤੇ ਭੂ ਮਾਫੀਆ ਇੱਥੇ ਘਪਲੇ ਕਰ ਰਿਹਾ, ਪਰ ਸਾਡੇ ਲੋਕ ਅਣਜਾਣ ਹੈ। ਮੋਗਾ ਦੇ ਵਿੱਚ 2500 ਕਰੋੜ ਰੁਪਏ ਦੀ ਸ਼ਹਿਰੀ ਪ੍ਰਾਪਰਟੀ ਦੇ ਉੱਪਰ ਭੂ ਮਾਫੀਆ ਕਾਬਜ ਹੋਇਆ ਬੈਠਾ, ਪਰ ਪ੍ਰਸ਼ਾਸਨ ਕਿਤੇ ਨਾ ਕਿਤੇ ਉਹਨਾਂ ਦਾ ਸਹਿਯੋਗੀ ਬਣ ਕੇ ਸਾਥ ਦੇ ਰਿਹਾ ਹੈ, ਨਾ ਕਿ ਉਹਨਾਂ ਦੇ ਉੱਪਰ ਕਾਰਵਾਈ ਕਰ ਰਿਹਾ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕਵਾਈ TV, ਮੋਗਾ।